ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੀਆਰ ਦੇ ਸੱਦੇ ਹੋਈ ਜਾਰੀ ਤਾਜ਼ਾ ਡਰਾਅ ਦਾ ਹੋਇਆ ਐਲਾਨ। ਕੈਨੇਡਾ ਵਿੱਚ ਆਈ ਪਾਇਲਟਾਂ ਦੀ ਕਮੀ ਉਡਾਨਾਂ ਹੋ ਰਹੀਆਂ ਨੇ ਰੱਦ। 400 ਕਿਲੋ ਨਸ਼ਾ ਬਰਾਮਦ, 4 ਜਣੇ ਹੋਏ ਗ੍ਰਿਫਤਾਰ। ਟਰੂਡੋ ਦੇ ਉੱਠੇ ਸਵਾਲ, ਕੰਟਰੈਕਟ ਦੇਣਾ ਪਿਆ ਮਹਿੰਗਾ। ਤੇਜ਼ ਗੱਡੀ ਚਲਾਉਣ ਵਾਲੇ ਹੋ ਜਾਓ ਸਾਵਧਾਨ, ਹੁਣ ਲੱਗਣਗੇ ਨਵੇਂ ਕੈਮਰੇ ਮਿਲਣਗੀਆਂ ਟਿਕਟਾਂ। ਪੀਆਰ ਦੇ ਨਵੇਂ ਸੱਦੇ ਜਾਰੀ ਕੀਤੇ ਗਏ, ਪਰ ਇਸ ਵਾਰ ਘੱਟ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਆਈਆਰਸੀਸੀ ਵੱਲੋਂ ਜੋ ਤਾਜ਼ਾ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ, ਉਸ ਵਿੱਚ 800 ਤੋਂ ਵੱਧ ਉਮੀਦਵਾਰਾਂ ਨੂੰ ਹੀ ਸੱਦੇ ਦਿੱਤੇ ਗਏ, ਜਦਕਿ ਪਿਛਲੇ ਡਰਾਅ ਵਿੱਚ 5000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਸਨ। ਹੁਣ ਇਸ ਨਵੇਂ ਡਰਾਅ ਦੇ ਤਹਿਤ ਸੀਆਰਐਸ ਸਕੋਰ ਕਿੰਨਾ ਰਿਹਾ, ਇਸ ਦੀ ਵੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਆਈਆਰਸੀਸੀ ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਦਾ ਐਲਾਨ ਕੀਤਾ ਗਿਆ। ਇਸ ਵਾਰ ਘੱਟ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। ਆਈਆਰਸੀਸੀ ਵੱਲੋਂ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਤਾਜ਼ਾ ਡਰਾਅ ਵਿੱਚ 800 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ। ਦੱਸ ਦਈਏ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜੋ ਡਰਾਅ ਐਲਾਨ ਕੀਤਾ ਗਿਆ, ਉਸ ਵਿੱਚ 893 ਪੀਐਨਪੀ ਕੈਂਡੀਡੇਟਸ ਨੂੰ ਸੱਦੇ ਮਿਲੇ ਤੇ ਇਸ ਡਰਾਅ ਵਿੱਚ ਇਨਵੀਟੇਸ਼ਨ ਹਾਸਲ ਕਰਨ ਵਾਸਤੇ ਉਹਨਾਂ ਨੂੰ 733 ਸਕੋਰਸ ਦੀ ਜ਼ਰੂਰਤ ਰਹੀ। ਦੱਸੀਏ ਕਿ 23 ਨਵੰਬਰ ਤੋਂ 11 ਜਨਵਰੀ ਦੇ ਵਿਚਕਾਰ ਕੋਈ ਵੀ ਡਰਾਅ ਐਲਾਨ ਨਹੀਂ ਕੀਤਾ ਗਿਆ। ਕੁਝ ਸਮੇਂ ਵਾਸਤੇ ਡਰਾਅ ਦੇ ਉੱਪਰ ਰੋਕ ਲਗਾਈ ਗਈ ਸੀ ਤੇ ਮੁੜ ਤੋਂ ਹੁਣ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਗਏ ਨੇ। ਆਈਆਰਸੀਸੀ ਵੱਲੋਂ 11 ਜਨਵਰੀ ਤੋਂ ਬਾਅਦ 18 ਜਨਵਰੀ ਨੂੰ ਡਰਾਅ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ 11 ਜਨਵਰੀ ਨੂੰ ਜੋ ਡਰਾਅ ਕੱਢਿਆ ਗਿਆ, ਉਸ ਵਿੱਚ 5500 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਤੇ 507 ਸਕੋਰਸ ਦੀ ਜ਼ਰੂਰਤ ਰਹੀ। 18 ਜਨਵਰੀ ਦੇ ਡਰਾਅ ਦੇ ਵਿੱਚ 5500 ਉਮੀਦਵਾਰਾਂ ਨੂੰ ਹੀ ਸੱਦੇ ਦਿੱਤੇ ਗਏ, ਪਰ ਇਸ ਦੌਰਾਨ 490 ਸਕੋਰਸ ਦੀ ਜ਼ਰੂਰਤ ਰਹੀ। ਕੈਨੇਡਾ ਵਿੱਚ ਬਲੈਕ ਹਿਸਟਰੀ ਮੰਥ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਮੌਕੇ ਸਟੇਟਮੈਂਟ ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ ਹਨ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੈਨੇਡਾ ਵਿੱਚ ਬਲੈਕ ਹਿਸਟਰੀ ਮੰਥ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਮੌਕੇ ਦੇ ਉੱਪਰ ਸਟੇਟਮੈਂਟ ਜਾਰੀ ਕਰਦੇ ਹੋਏ ਦਿਖਾਈ ਦਿੱਤੇ। ਦਰਅਸਲ ਫਰਵਰੀ ਮਹੀਨੇ ਨੂੰ ਕੈਨੇਡਾ ਵਿੱਚ ਬਲੈਕ ਹਿਸਟਰੀ ਮੰਥ ਵਜੋਂ ਮਨਾਇਆ ਜਾਂਦਾ ਹੈ। ਕੈਨੇਡੀਅਨ ਐਮਪੀ ਯੋਨੀ ਪਾਰਲੀਮੈਂਟ ਵਿੱਚ 1995 ਅੰਦਰ ਬਲੈਕ ਹਿਸਟਰੀ ਨੂੰ ਸਨਮਾਨਿਤ ਕਰਨ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਮੋਸ਼ਨ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਮਿਲੀ। ਯੋਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਚੁਣੀ ਜਾਣ ਵਾਲੀ ਪਹਿਲੀ ਸਿਆਹ ਨਸਲ ਦੀ ਔਰਤ ਸਨ। ਪਰ ਉੱਤਰੀ ਅਮਰੀਕਾ ਵਿੱਚ ਬਲੈਕ ਭਾਈਚਾਰੇ ਦੇ ਇਤਿਹਾਸ ਤੇ ਰੌਸ਼ਨੀ ਪਾਉਣ ਦਾ ਸਿਲਸਿਲਾ ਯੂਐਸ ਦੇ ਵਿੱਚ ਸ਼ੁਰੂ ਹੋਇਆ ਸੀ। ਦੱਸੀਏ ਕਿ ਬਲੈਕ ਲੋਕਾਂ ਦੀ ਗੁਲਾਮੀ ਦੀ ਪ੍ਰਥਾ ਦੇ ਖਾਤਮੇ ਵਿੱਚ ਅਹਿਮ ਯੋਗਦਾਨ ਦੇ ਸੰਬੰਧ ਵਿੱਚ 1926 ਅੰਦਰ ਕਾਰਟਰ ਨੇ ਇਬਰਾਹਿਮ ਲਿੰਕਨ ਅਤੇ ਫੈਡਰਿਕ ਦੇ ਸਨਮਾਨ ਵਿੱਚ ਨੀਗਰੋ ਹਿਸਟਰੀ ਵੀਕ ਦੀ ਸਥਾਪਨਾ ਕੀਤੀ। ਇਹ ਦੋਵੇਂ ਸ਼ਖਸੀਅਤਾਂ ਦੇ ਜਨਮ ਦਿਨ ਫਰਵਰੀ ਵਿੱਚ ਹੀ ਆਉਂਦੇ ਹਨ। ਯੂਐਸ ਵਿੱਚ ਬਲੈਕ ਹਿਸਟਰੀ ਦੇ ਵਿਕਾਸ ਤੋਂ ਬਾਅਦ ਕੈਨੇਡੀਅਨ ਰੇਲਵੇ ਪੋਰਟਰ, ਜਿਨ੍ਹਾਂ ਵਿੱਚ ਜ਼ਿਆਦਾਤਰ ਬਲੈਕ ਲੋਕ ਹਨ, ਦੇ ਜ਼ਰੀਏ ਬਲੈਕ ਭਾਈਚਾਰਿਆਂ ਦੀ ਕਹਾਣੀ ਅਤੇ ਵਿਰਾਸਤ ਕੈਨੇਡਾ ਪਹੁੰਚੀ। 1950 ਵਿੱਚ ਟੋਰਾਂਟੋ ਦੀ ਕੈਨੇਡੀਅਨ ਨੀਗਰੋ ਵੂਮਨ ਐਸੋਸੀਏਸ਼ਨ ਨੇ ਬਲੈਕ ਹਿਸਟਰੀ ਸਮਾਗਮਾਂ ਦੀ ਸ਼ੁਰੂਆਤ ਕੀਤੀ। 1978 ਵਿੱਚ ਓਨਟਾਰੀਓ ਬਲੈਕ ਹਿਸਟਰੀ ਸੁਸਾਇਟੀ ਦੀ ਸਥਾਪਨਾ ਹੋਈ ਤੇ 1979 ਵਿੱਚ ਐਸੋਸੀਏਸ਼ਨ ਨੇ ਸਿਟੀ ਆਫ ਟੋਰਾਂਟੋ ਨੂੰ ਫਰਵਰੀ ਮਹੀਨੇ ਨੂੰ ਬਲੈਕ ਹਿਸਟਰੀ ਮੰਥ ਵਜੋਂ ਮਨਾਏ ਜਾਣ ਦੀ ਪਟੀਸ਼ਨ ਪਾਈ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। 1980 ਵਿੱਚ ਇਹ ਸਿਲਸਿਲਾ ਰਾਸ਼ਟਰੀ ਪੱਧਰ ਤੇ ਸ਼ੁਰੂ ਕੀਤਾ ਜਾਣ ਦੀ ਮੰਗ ਉੱਠਣ ਲੱਗੀ। Friends, February is Black History Month. This month is a special time to honor our Black communities in Ontario and everything they have contributed to our province. Diversity is our greatest strength, and we are so proud of our Black community and everything they continue to do, whether that's enriching our cultural landscape or strengthening our economy. Black Ontarians have always been instrumental in our province's success. This month is also time to reflect on the history of our Black communities and ensure that we do everything we can to advance racial equality and fight against racism and discrimination. This February, I encourage everyone to participate in Black History Month events to celebrate and learn more about Black history. I hope you all have a fantastic ਲੌਂਗ ਟਰਮ ਕੇਅਰ ਹੋਮਸ ਵਿੱਚ ਹੁਣ ਸੁਧਾਰ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਨਵੇਂ ਮਾਪਦੰਡ ਦੱਸੇ ਜਾਣਗੇ, ਜਿਸ ਦੇ ਨਾਲ ਇੱਥੇ ਸੁਧਾਰ ਲਿਆਂਦਾ ਜਾਵੇਗਾ। ਦੱਸ ਦਈਏ ਕਿ ਕੋਵਿਡ-19 ਪੈਂਡੈਮਿਕ ਦੌਰਾਨ ਇੱਥੇ ਕਾਫੀ ਮੌਤਾਂ ਹੋ ਗਈਆਂ। ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਹੀ ਇੱਥੇ ਸੁਧਾਰ ਕੀਤਾ ਜਾਂਦਾ ਤਾਂ ਫਿਰ ਕਈਆਂ ਦੀ ਜਾਨ ਬਚਾਈ ਜਾ ਸਕਦੀ ਸੀ।
ਲੌਂਗ ਟਰਮ ਕੇਅਰ ਹੋਮਸ ਵਾਸਤੇ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੌਂਗ ਟਰਮ ਕੇਅਰ ਹੋਮਸ ਵਿੱਚ ਸੁਧਾਰ ਲਿਆਂਦਾ ਜਾਵੇਗਾ। ਤਾਜ਼ਾ ਜਾਣਕਾਰੀ ਮੁਤਾਬਕ ਲੌਂਗ ਟਰਮ ਕੇਅਰ ਹੋਮਸ ਦੇ ਸੁਧਾਰ ਵਾਸਤੇ ਨਵੇਂ ਮਾਪਦੰਡ ਜਾਰੀ ਕਰ ਦਿੱਤੇ ਗਏ ਨੇ। ਦਰਅਸਲ ਕੋਵਿਡ-19 ਦੌਰਾਨ ਮੌਤਾਂ ਦੀ ਚਿੰਤਾਜਨਕ ਗਿਣਤੀ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਲੌਂਗ ਟਰਮ ਕੇਅਰ ਹੋਮਸ ਵਾਸਤੇ ਨਵੇਂ ਰਾਸ਼ਟਰੀ ਮਾਪਦੰਡ ਜਾਰੀ ਕਰ ਦਿੱਤੇ। ਫੈਡਰਲ ਸਰਕਾਰ ਨੇ ਇਸ ਸੰਬੰਧੀ ਸਾਲ 2021 ਦੌਰਾਨ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਕੈਨੇਡੀਅਨ ਸਟੈਂਡਰਡਜ਼ ਐਸੋਸੀਏਸ਼ਨ ਵੱਲੋਂ ਦਸੰਬਰ ਮਹੀਨੇ ਦੌਰਾਨ 115 ਪੰਨਿਆਂ ਦੀ ਪ੍ਰਕਾਸ਼ਿਤ ਇੱਕ ਰਿਪੋਰਟ ਤੋਂ ਬਾਅਦ ਹੈਲਥ ਸਟੈਂਡਰਡਜ਼ ਆਰਗੇਨਾਈਜੇਸ਼ਨ ਨੇ ਵੀ ਹੁਣ 60 ਪੰਨਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਇਨ੍ਹਾਂ ਦੋਵਾਂ ਸੰਸਥਾਵਾਂ ਨੂੰ ਦੇਸ਼ ਭਰ ਦੇ ਵਿੱਚ ਲੌਂਗ ਟਰਮ ਕੇਅਰ ਹੋਮਸ ਅੰਦਰ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਾਸਤੇ ਨਵੇਂ ਮਿਆਰਾਂ ਉੱਪਰ ਕੰਮ ਕਰਨ ਵਾਸਤੇ ਕਿਹਾ ਗਿਆ। ਹੈਲਥ ਸਟੈਂਡਰਡਜ਼ ਆਰਗੇਨਾਈਜੇਸ਼ਨ ਦੀ ਤਕਨੀਕੀ ਕਮੇਟੀ ਤੋਂ ਜਾਣਕਾਰੀ ਮਿਲੀ ਹੈ, ਜਿਸ ਵਿੱਚ ਦੱਸਿਆ ਗਿਆ ਕਿ ਜੇਕਰ ਅਸੀਂ ਇਹਨਾਂ ਮਾਪਦੰਡਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਅਤੇ ਇਹਨਾਂ ਨੂੰ ਯਕੀਨੀ ਨਹੀਂ ਬਣਾਉਂਦੇ ਤਾਂ ਇਹ ਸਭ ਵਿਅਰਥ ਹੈ। ਦੱਸ ਦਈਏ ਕਿ ਕੋਵਿਡ-19 ਦੌਰਾਨ ਕੈਨੇਡਾ ਵਿੱਚ 80% ਤੋਂ ਵੱਧ ਮੌਤਾਂ ਲੌਂਗ ਟਰਮ ਕੇਅਰ ਹੋਮਸ ਵਿੱਚ ਸਾਹਮਣੇ ਆਈਆਂ। ਨੈਸ਼ਨਲ ਇੰਸਟੀਚਿਊਟ ਔਨ ਏਜਿੰਗ ਦੇ ਮੁਤਾਬਕ ਜੁਲਾਈ 2022 ਤੱਕ ਕੈਨੇਡਾ ਅੰਦਰ ਲੌਂਗ ਟਰਮ ਕੇਅਰ ਹੋਮਸ ਦੇ 17,000 ਤੋਂ ਵੱਧ ਨਿਵਾਸੀਆਂ ਦੀ ਮੌਤ ਕੋਵਿਡ-19 ਦੇ ਕਾਰਨ ਹੋ ਗਈ। ਲੌਂਗ ਟਰਮ ਕੇਅਰ ਹੋਮਸ ਦੇ ਸਟਾਫ ਮੈਂਬਰ ਵੀ ਕੋਵਿਡ-19 ਤੋਂ ਪ੍ਰਭਾਵਿਤ ਹੋਏ ਸਨ ਤੇ ਕਰਮਚਾਰੀਆਂ ਦੀਆਂ 30 ਤੋਂ ਵਧੇਰੇ ਮੌਤਾਂ ਹੋ ਗਈਆਂ। ਲੌਂਗ ਟਰਮ ਕੇਅਰ ਹੋਮਸ ਵਿੱਚ ਕੈਨੇਡੀਅਨ ਆਰਮਡ ਫੋਰਸਿਸ ਨੂੰ ਬੁਲਾਇਆ ਗਿਆ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਜੇਕਰ ਇਹ ਮਾਪਦੰਡ ਕੋਵਿਡ-19 ਦੇ ਸਮੇਂ ਲਾਗੂ ਕੀਤੇ ਜਾਂਦੇ ਤਾਂ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਸਨ। ਦੱਸ ਦਈਏ ਕਿ ਇਨ੍ਹਾਂ ਰਿਪੋਰਟਾਂ ਵਿੱਚ ਲੌਂਗ ਟਰਮ ਕੇਅਰ ਹੋਮਸ ਨਿਰਮਾਣ ਅਤੇ ਮੁਰੰਮਤ ਵਾਸਤੇ ਸਿਫਾਰਸ਼ਾਂ ਜਾਰੀ ਕੀਤੀਆਂ ਗਈਆਂ, ਜਿਸ ਅਨੁਸਾਰ ਹਰੇਕ ਕਮਰੇ ਦਾ ਬਾਥਰੂਮ ਹੋਣਾ ਚਾਹੀਦਾ ਹੈ। ਹਰੇਕ ਨਿਵਾਸੀ ਦੇ ਬਾਹਰ ਜਾ ਸਕਣ ਦੀ ਵਿਵਸਥਾ ਹੋਣ ਦੀ ਵੀ ਗੱਲ ਕਹੀ ਗਈ। ਇਸ ਤੋਂ ਇਲਾਵਾ ਰਹਿੰਦ ਖੂੰਹਦ ਪ੍ਰਬੰਧਨ ਸਟਾਫ ਰੂਮਾਂ ਦੇ ਡਿਜ਼ਾਈਨ ਬਾਰੇ ਵੀ ਨਿਰਦੇਸ਼ ਦਿੱਤੇ ਗਏ ਨੇ। ਕੈਨੇਡਾ ਦੀ 에ਅਰਲਾਈਨ ਇੰਡਸਟਰੀ ਵਾਸਤੇ ਨਵੀਂ ਚੁਣੌਤੀ ਖੜੀ ਹੋ ਚੁੱਕੀ ਹੈ। ਪਹਿਲਾਂ ਜਦੋਂ ਟਰੈਵਲ ਰੋਕਾਂ ਲੱਗੀਆਂ ਤਾਂ ਵੀ 에ਅਰਲਾਈਨ ਨੂੰ ਭਾਰੀ ਘਾਟਾ ਸਹਿਣਾ ਪਿਆ ਸੀ, ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪਾਇਲਟਾਂ ਦੀ ਕਾਫੀ ਜ਼ਿਆਦਾ ਕਮੀ ਹੋ ਗਈ ਹੈ, ਜਿਸ ਤੋਂ ਬਾਅਦ 에ਅਰਲਾਈਨ ਇੰਡਸਟਰੀ ਦੱਸ ਰਹੀ ਹੈ ਕਿ ਉਹਨਾਂ ਨੂੰ ਕਿਵੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੀਆਂ ਉਡਾਨਾਂ ਵੀ ਰੱਦ ਕਰਨੀਆਂ ਪੈ ਰਹੀਆਂ ਨੇ। ਕੈਨੇਡਾ ਦੀਆਂ 에ਅਰਲਾਈਨਸ ਵਾਸਤੇ ਨਵੀਂ ਚੁਣੌਤੀ ਖੜੀ ਹੋ ਗਈ ਹੈ, ਜਿੱਥੇ ਪਾਇਲਟਾਂ ਦੀ ਕਮੀ ਹੈ, ਜਿਸ ਕਾਰਨ ਕੈਨੇਡਾ ਦੀ ਹਵਾਈ ਆਵਾਜਾਈ ਇਸ ਸਮੇਂ ਚਿੰਤਾ ਵਿੱਚ ਹੈ। ਜੀ ਹਾਂ, ਕਈ ਚੀਜ਼ਾਂ ਨੂੰ ਲੈ ਕੇ ਟਰੈਵਲ ਇੰਡਸਟਰੀ ਨੇ ਉਤਾਰ ਚੜਾਅ ਮਹਿਸੂਸ ਕੀਤੇ ਨੇ। ਕਈ ਵਾਰ ਟਰੈਵਲ ਕਾਰਨ ਰੋਕਾਂ ਲੱਗ ਗਈਆਂ ਤੇ ਕਈ ਵਾਰ ਖਰਾਬ ਮੌਸਮ ਦੇ ਕਾਰਨ 에ਅਰਲਾਈਨ ਇੰਡਸਟਰੀ ਪ੍ਰਭਾਵਿਤ ਹੋਈ ਹੈ। ਪਰ ਇੱਕ ਵਾਰ ਫਿਰ ਤੋਂ 에ਅਰਲਾਈਨ ਇੰਡਸਟਰੀ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵੇਲੇ ਹਵਾਈ ਯਾਤਰਾ ਦੀ ਮੰਗ ਸਾਲ 2019 ਦੇ ਪੱਧਰ ਤੇ ਵਾਪਸ ਪਹੁੰਚੀ ਹੈ ਤਾਂ ਇੱਕ ਨਵਾਂ ਮਸਲਾ ਖੜਾ ਹੋ ਗਿਆ। ਇਹ ਮਸਲਾ ਹੈ ਪਾਇਲਟਾਂ ਦੀ ਘਾਟ। ਟਰਾਂਸਪੋਰਟ ਕੈਨੇਡਾ ਮੁਤਾਬਕ ਮਹਾਮਾਰੀ ਤੋਂ ਪਹਿਲਾਂ ਵਾਲੇ ਸਮਿਆਂ ਵਿੱਚ ਇੱਕ ਸਾਲ ਅੰਦਰ ਅੰਦਾਜ਼ਨ 1100 ਪਾਇਲਟ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਪਾਇਲਟਾਂ ਦੇ ਜੁੜ ਜਾਣ ਨਾਲ ਕੁੱਲ ਪਾਇਲਟਾਂ ਦੀ ਸੰਖਿਆ ਏਅਰ ਕੈਨੇਡਾ ਅਤੇ ਵੈਸਟ ਜੈਟ ਵਰਗੀਆਂ ਵੱਡੀਆਂ ਏਅਰਲਾਈਨਾਂ ਸਮੇਤ ਰੀਜਨਲ ਏਅਰਲਾਈਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਕਾਫੀ ਹੁੰਦੀ ਸੀ। ਪਰ 2020 ਵਿੱਚ ਹਵਾਈ ਯਾਤਰਾ ਦੀ ਮੰਗ ਘਟ ਗਈ, ਜਿਸ ਤੋਂ ਬਾਅਦ ਨਵੇਂ ਪਾਇਲਟਾਂ ਦੀ ਗਿਣਤੀ ਘਟ ਗਈ। ਸਰਕਾਰੀ ਆંકੜੇ ਦੱਸਦੇ ਨੇ ਕਿ ਸਾਲ 2020 ਵਿੱਚ 500 ਤੋਂ ਵੀ ਘੱਟ ਲਾਇਸੈਂਸ ਜਾਰੀ ਕੀਤੇ ਗਏ। ਫਿਰ 2021 ਵਿੱਚ 300 ਲਾਇਸੈਂਸ ਤੇ ਪਿਛਲੇ ਸਾਲ ਤਾਂ ਸਿਰਫ 238 ਲਾਇਸੈਂਸ ਹੀ ਦਿੱਤੇ ਗਏ ਹਨ। ਵਿਭਾਗ ਦਾ ਕਹਿਣਾ ਹੈ ਕਿ ਏਅਰਲਾਈਨ ਸੈਕਟਰ ਦੇ ਵਿੱਚ ਕਾਮਿਆਂ ਦੀ ਘਾਟ ਇੱਕ ਚੁਣੌਤੀ ਬਣੀ ਹੋਈ ਹੈ। ਫਿਲਹਾਲ ਨਿਯਮਾਂ ਵਿੱਚ ਨਰਮਾਈ ਕਾਰਨ ਕੋਈ ਪਲਾਨ ਨਹੀਂ ਬਣਾਇਆ ਗਿਆ। ਦਸੰਬਰ ਦੇ ਅਖੀਰਲੇ ਹਫ਼ਤੇ ਵਿੱਚ ਸਨਵਿੰਗ ਏਅਰਲਾਈਨਸ ਦੀਆਂ 67 ਫਲਾਈਟਾਂ ਰੱਦ ਹੋਣ ਦਾ ਇੱਕ ਕਾਰਨ ਸਟਾਫ ਦੀ ਕਮੀ ਰਹੀ। ਵੱਡੀਆਂ ਏਅਰਲਾਈਨਸ ਵਿੱਚ ਤਜਰਬੇਕਾਰ ਪਾਇਲਟਾਂ ਦੀ ਤਨਖਾਹ ਵਧੇਰੇ ਅਤੇ ਤੇਜ਼ੀ ਨਾਲ ਵਧੀਆਂ ਨੇ, ਜਿਸ ਕਾਰਨ ਪਾਇਲਟ ਆਪਣੀ ਮਰਜ਼ੀ ਮੁਤਾਬਕ ਏਅਰਲਾਈਨ ਦੀ ਚੋਣ ਕਰਦੇ ਹਨ। ਨਤੀਜੇ ਵਜੋਂ ਹੋਰ ਏਅਰਲਾਈਨਾਂ ਵਾਸਤੇ ਪਾਇਲਟਾਂ ਦੀ ਘਾਟ ਹੋ ਜਾਂਦੀ ਹੈ। ਇਸ ਬਾਰੇ ਏਅਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਆਫ ਕੈਨੇਡਾ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਸਮੱਸਿਆ ਪੈਂਡੇਮਿਕ ਤੋਂ ਵੀ ਪਹਿਲਾਂ ਮੌਜੂਦ ਸੀ। ਉਨ੍ਹਾਂ ਕਿਹਾ ਕਿ ਰੀਜਨਲ ਪੱਧਰ ਤੇ ਪਹਿਲਾਂ ਤੋਂ ਹੀ ਪਾਇਲਟਾਂ ਦੀ ਕਮੀ ਨਜ਼ਰ ਆ ਰਹੀ ਹੈ। ਪਰ ਦੂਜੇ ਪਾਸੇ ਵੱਡੀਆਂ ਏਅਰਲਾਈਨਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਖ ਅਤੇ ਵਕਾਰ ਕਾਰਨ ਪਾਇਲਟਾਂ ਦਾ ਉਨ੍ਹਾਂ ਵੱਲ ਆਕਰਸ਼ਿਤ ਹੋਣਾ ਸੁਭਾਵਿਕ ਹੈ।
ਹੈਲਥਕੇਅਰ ਸਮਝੌਤਾ ਹੋਣ ਦੀ ਉਮੀਦ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਪ੍ਰਗਟਾਈ ਗਈ ਹੈ। ਉਹਨਾਂ ਨੇ ਇਸ ਸੰਬੰਧੀ ਇੱਕ ਵੱਡਾ ਬਿਆਨ ਜਾਰੀ ਕੀਤਾ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਕਹਿੰਦੇ ਨੇ ਕਿ 7 ਫਰਵਰੀ ਨੂੰ ਉਹਨਾਂ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਮੁਲਾਕਾਤ ਹੋਵੇਗੀ, ਜਿੱਥੇ ਬਾਕੀ ਪ੍ਰੀਮੀਅਰਸ ਵੀ ਉਹਨਾਂ ਨਾਲ ਮਿਲਣਗੇ, ਜਿਸ ਤੋਂ ਬਾਅਦ ਸਮਝੌਤਾ ਹੋ ਸਕਦਾ ਹੈ। ਹੈਲਥ ਕੇਅਰ ਸਮਝੌਤੇ ਨੂੰ ਲੈ ਕੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਵੱਡਾ ਬਿਆਨ ਦਿੱਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ 7 ਫਰਵਰੀ ਨੂੰ ਉਹਨਾਂ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਵੇਗੀ। ਇਸ ਮੁਲਾਕਾਤ ਦੇ ਥੋੜੇ ਸਮੇਂ ਤੋਂ ਬਾਅਦ ਹੀ ਹੈਲਥ ਕੇਅਰ ਸਮਝੌਤਾ ਹੋਣ ਦੀ ਉਮੀਦ ਵੀ ਉਹਨਾਂ ਵੱਲੋਂ ਜਤਾਈ ਜਾ ਰਹੀ ਹੈ। ਜੀ ਹਾਂ, ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਉਮੀਦ ਹੈ ਕਿ 7 ਫਰਵਰੀ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਪ੍ਰੀਮੀਅਰਸ ਦਰਮਿਆਨ ਹੋਣ ਵਾਲੀ ਬੈਠਕ ਤੋਂ ਬਾਅਦ ਹੈਲਥ ਕੇਅਰ ਸਮਝੌਤਾ ਹੋ ਸਕਦਾ ਹੈ। ਹਾਲਾਂਕਿ ਫੋਰਡ ਨੇ ਹਾਲ ਹੀ ਵਿੱਚ ਟਰੂਡੋ ਵੱਲੋਂ ਕੀਤੀ ਟਿੱਪਣੀ ਨੂੰ ਵੀ ਦੁਹਰਾਇਆ ਕਿ 7 ਫਰਵਰੀ ਨੂੰ ਹੋਣ ਵਾਲੀ ਬੈਠਕ ਵਿੱਚ ਕਿਸੇ ਸਮਝੌਤੇ ਤੇ ਦਸਤਖਤ ਨਹੀਂ ਕੀਤੇ ਜਾਣਗੇ, ਪਰ ਉਹਨਾਂ ਨੇ ਕਿਹਾ ਕਿ ਬੈਠਕ ਤੋਂ ਥੋੜੇ ਸਮੇਂ ਬਾਅਦ ਹੀ ਕੈਨੇਡਾ ਹੈਲਥ ਟ੍ਰਾਂਸਫਰ ਨੂੰ ਲੈ ਕੇ ਕੋਈ ਸਮਝੌਤਾ ਹੋ ਸਕਦਾ ਹੈ, ਕਿਉਂਕਿ ਪ੍ਰੋਵਿੰਸ ਇਸ ਸਮੇਂ ਹੈਲਥ ਕੇਅਰ ਸੈਕਟਰ ਵਿੱਚ ਭਾਰ ਮਹਿਸੂਸ ਕਰ ਰਹੇ ਨੇ ਤੇ ਇਸ ਮੁੱਦੇ ਤੇ ਗੱਲਬਾਤ ਬਹੁਤ ਸਮਾਂ ਲਟਕ ਨਹੀਂ ਸਕਦੀ। ਪ੍ਰੀਮੀਅਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਹੈਲਥ ਕੇਅਰ ਦੀ ਲਾਗਤ ਦਾ 22% ਕਵਰ ਕਰਦੀ ਹੈ ਤੇ ਉਹ ਚਾਹੁੰਦੇ ਹਨ ਕਿ ਫੈਡਰਲ ਸਰਕਾਰ 35% ਦੀ ਲਾਗਤ ਕਵਰ ਕਰੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿ ਚੁੱਕੇ ਨੇ ਕਿ ਫੰਡਿੰਗ ਵਾਧਾ ਬਗੈਰ ਸ਼ਰਤਾਂ ਦੀ ਨਹੀਂ ਹੋਵੇਗਾ, ਜਿਸ ਵਿੱਚ ਇੱਕ ਨੈਸ਼ਨਲ ਡਾਟਾਬੇਸ ਵਾਸਤੇ ਹੈਲਥ ਡਾਟਾ ਸਾਂਝਾ ਕਰਨਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਕਹਿ ਚੁੱਕੇ ਨੇ ਕਿ ਵਾਧੂ ਫੈਡਰਲ ਫੰਡਿੰਗ ਦੀ ਵਰਤੋਂ ਹੋਰ ਡਾਕਟਰਾਂ ਤੇ ਨਰਸਾਂ ਨੂੰ ਭਰਤੀ ਕਰਨ ਅਤੇ ਸਰਜਰੀਆਂ ਦੇ ਬੈਕਲੌਗ ਦੇ ਨਾਲ ਨਜਿੱਠਣ ਵਿੱਚ ਮਦਦ ਵਾਸਤੇ ਕਰਨਾ ਚਾਹੁੰਦੇ ਨੇ। ਇੱਥੇ ਇਹ ਵੀ ਦੱਸ ਦਈਏ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਹੈਲਥ ਕੇਅਰ ਦਾ ਇਹ ਮੁੱਦਾ ਲਗਾਤਾਰ ਚੁੱਕਿਆ ਜਾ ਰਿਹਾ ਹੈ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਸੰਬੰਧੀ ਬਹਿਸ ਕਰਵਾਉਣ ਦੀ ਵੀ ਮੰਗ ਕੀਤੀ ਸੀ। ਹਾਲਾਂਕਿ ਉਹਨਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ, ਪਰ ਸੋਸ਼ਲ ਮੀਡੀਆ ਦੇ ਰਾਹੀਂ ਵੀ ਲਗਾਤਾਰ ਜਗਮੀਤ ਸਿੰਘ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਵੱਲੋਂ ਹੈਲਥ ਕੇਅਰ ਦਾ ਮੁੱਦਾ ਸਮੇਂ-ਸਮੇਂ ਤੇ ਚੁੱਕਿਆ ਜਾ ਰਿਹਾ ਹੈ। ਲਿਬਰਲ ਸਰਕਾਰ ਵੱਲੋਂ ਜੋ ਇੱਕ ਕੰਟਰੈਕਟ ਦਿੱਤਾ ਗਿਆ, ਉਸ ਤੋਂ ਬਾਅਦ ਉਹਨਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਪਾਰਲੀਮੈਂਟ ਵਿੱਚ ਇਹ ਮੁੱਦਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਚੁੱਕਿਆ ਗਿਆ। ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਨੂੰ ਕਈ ਸਵਾਲ ਪੁੱਛੇ ਹਨ। ਇੱਕ ਫਰਮ ਨੂੰ ਕੰਟਰੈਕਟ ਦਿੱਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਤੇ ਉਹਨਾਂ ਦੀ ਸਰਕਾਰ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਇਹ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ ਗਿਆ ਤੇ ਉਹਨਾਂ ਨੇ ਆਪਣੇ ਸਵਾਲਾਂ ਰਾਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ। ਇਸ ਮੌਕੇ ਤੇ ਉਹਨਾਂ ਵੱਲੋਂ ਮੈਕਕਿੰਜ਼ੀ ਫਰਮ ਦਾ ਜ਼ਿਕਰ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਹਨ। They're going to be there for the people most in need, like the $1,000 an hour consultants over at McKinsey, a company that received over $100 million for work that public servants say was of little or no value. The total amount this government is spending on high-priced consultants, $15 billion. That is $1,000 for every single family in Canada. Wow. No wonder Canadians are eating increasingly at food banks after 8 years of this government. No wonder seniors can't keep the heat on. Why won't they give us an answer? How much did McKinsey get in total? The Honourable Government House Leader. Mr. Speaker, and I remember in my time in opposition looking at the member opposite who sat in a government that had a poverty rate of 14.5%. And you know how often they talked about poverty or people in food banks? Never. And in fact, what has happened under this government is that rate has been reduced by 56%. We have lifted literally over 1.5 million people out of poverty. And I would point out that under the worst period of growth since 1946, which his government presided over, that this government in turn has seen more than 1.5 million jobs created since they left office. Well, there they go. Telling Canadians, stop all your complaining. You've never had it so good. If you're one of the 1.5 million people eating at a food bank, stop your complaining. You've never had it so good. If you're one of those people going to a food bank seeking help with suicide, which is becoming increasingly common, they tell you, you've never had it so good. If you're one of the 35-year-olds living in your parents' basement because this government's policies have doubled rent and doubled mortgage payments, they tell you you've never had it so good. Why? Because they're spending all their time with McKinsey consultants. How much did those consultants get from taxpayers? Mr. Speaker, when the world is going through something incredibly difficult, you have a choice of what you can do.
You can look them in the eyes and tell them straight that they're in the most difficult time that humanity has gone through since the Second World War, or you can retweet what's going wrong in the world to make YouTube videos. 2 ਮਹੀਨੇ ਦਾ ਮਾਸੂਮ ਬੱਚਾ ਪੁਲਿਸ ਨੂੰ ਜ਼ਖਮੀ ਹਾਲਤ ਵਿੱਚ ਮਿਲਿਆ। ਹੋਟਲ ਦੇ ਵਿੱਚੋਂ ਉਹ ਜ਼ਖਮੀ ਹਾਲਤ 'ਚ ਮਿਲਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਵਾਲੀ ਥਾਂ ਤੋਂ ਉਹਨਾਂ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਵਿਅਕਤੀ ਦਾ ਬੱਚੇ ਨਾਲ ਕੀ ਰਿਸ਼ਤਾ ਸੀ, ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 1-2 ਮਹੀਨੇ ਦਾ ਮਾਸੂਮ ਬੱਚਾ ਹੋਟਲ ਅੰਦਰ ਜ਼ਖਮੀ ਹਾਲਤ ਦੇ ਵਿੱਚ ਮਿਲਿਆ, ਜਿਸ ਤੋਂ ਬਾਅਦ ਯਾਰਕ ਰੀਜਨਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਇਸ ਬਾਰੇ ਸਾਰੀ ਡਿਟੇਲ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਯਾਰਕ ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਅੰਦਰ ਉਹਨਾਂ ਨੂੰ 2 ਮਹੀਨੇ ਦਾ ਬੱਚਾ ਜ਼ਖਮੀ ਹਾਲਤ ਦੇ ਵਿੱਚ ਮਿਲਿਆ, ਜੋ ਕਿ ਗੰਭੀਰ ਜ਼ਖਮੀ ਦੱਸਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ 2 ਵਜੇ ਦੇ ਕਰੀਬ ਹਾਈਵੇ 7 ਦੇ 8900 ਵੁੱਡਵਾਈਨ ਐਵਨਿਊ ਦੇ ਨੇੜਿਓਂ ਇੱਕ ਫੋਨ ਕਾਲ ਆਈ ਸੀ। ਜਦੋਂ ਆਫੀਸਰਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਹੋਟਲ ਵਿੱਚ ਬੱਚਾ ਕਾਫੀ ਜ਼ਿਆਦਾ ਗੰਭੀਰ ਹਾਲਤ ਵਿੱਚ ਜ਼ਖਮੀ ਸੀ। ਤੁਰੰਤ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮੌਕੇ ਵਾਲੀ ਥਾਂ ਦੇ ਉੱਪਰ ਹੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਦਾ ਬੱਚੇ ਨਾਲ ਕੀ ਰਿਸ਼ਤਾ ਸੀ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ ਤੇ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਬਾਅਦ ਵਿੱਚ ਹੀ ਸਾਂਝੀ ਕੀਤੀ ਜਾਵੇਗੀ। ਜੋ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੀ ਵੀ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਯਾਰਕ ਪੁਲਿਸ ਲਗਾਤਾਰ ਟਵਿੱਟਰ ਦੇ ਉੱਪਰ ਵੀ ਅਪਡੇਟ ਸਾਂਝੀ ਕਰ ਰਹੀ ਹੈ। ਬਰੈਂਪਟਨ ਵਿੱਚ ਇੱਕ ਹਾਦਸਾ ਵਾਪਰਿਆ, ਜਿੱਥੇ 2 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ। ਇਸ ਦੌਰਾਨ ਇੱਕ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਬਰੈਂਪਟਨ ਦੇ ਵਿੱਚ ਇੱਕ ਹਾਦਸਾ ਵਾਪਰਿਆ, ਜਿੱਥੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ। ਜੀ ਹਾਂ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ 10:30 ਦੇ ਕਰੀਬ ਵਾਪਰੀ, ਜਿੱਥੇ 2 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ। ਜ਼ਖਮੀ ਹਾਲਤ ਦੇ ਵਿੱਚ ਡਰਾਈਵਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਨੂੰ ਗੰਭੀਰ ਸੱਟਾਂ ਆਈਆਂ। ਜਿਸ ਥਾਂ ਦੇ ਉੱਪਰ ਇਹ ਹਾਦਸਾ ਵਾਪਰਿਆ ਉਸ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਇਸ ਘਟਨਾ ਵਿੱਚ ਜਿਹੜੇ 2 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ ਉਸ ਦੇ ਪਿੱਛੇ ਕੀ ਕਾਰਨ ਰਿਹਾ, ਇਹ ਕਾਰਨ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਡਰਾਈਵਰ ਜ਼ਖਮੀ ਹੋਇਆ ਉਸ ਬਾਰੇ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਇਸ ਡਰਾਈਵਰ ਦੀ ਪਹਿਚਾਣ ਵੀ ਸਾਂਝੀ ਨਹੀਂ ਕੀਤੀ ਗਈ ਤੇ ਹੋਰ ਵੀ ਉਹਨਾਂ ਵੱਲੋਂ ਵਾਧੂ ਅਪਡੇਟ ਅਜੇ ਨਹੀਂ ਦਿੱਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਸਿਰਫ ਇਹੀ ਦੱਸਿਆ ਗਿਆ ਕਿ ਡਰਾਈਵਰ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਮੌਜੂਦਾ ਸਮੇਂ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਓ, ਕਿਉਂਕਿ ਕੈਮਰੇ ਲਗਾਏ ਜਾ ਰਹੇ ਨੇ, ਜਿਸ ਤੋਂ ਬਾਅਦ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ। ਟੋਰਾਂਟੋ ਤੋਂ ਖਬਰ ਸਾਹਮਣੇ ਆ ਰਹੀ ਹੈ, ਜਿੱਥੇ 25 ਨਵੇਂ ਕੈਮਰੇ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤੋਂ ਬਾਅਦ ਕੁੱਲ ਕੈਮਰਿਆਂ ਦੀ ਗਿਣਤੀ 75 ਹੋ ਜਾਵੇਗੀ। ਕਿਹੜੀ ਥਾਂ ਦੇ ਉੱਪਰ ਕੈਮਰੇ ਲਗਾਏ ਜਾਣੇ ਨੇ, ਇਸ ਬਾਰੇ ਵੀ ਦੱਸਿਆ ਗਿਆ। ਟੋਰਾਂਟੋ ਸ਼ਹਿਰ ਦੇ ਵਿੱਚ 25 ਨਵੇਂ ਸਪੀਡ ਕੈਮਰਾਜ਼ ਲਗਾਏ ਜਾ ਰਹੇ ਹਨ। ਇਸ ਦੀ ਜਾਣਕਾਰੀ ਸਿਟੀ ਆਫ ਟੋਰਾਂਟੋ ਵੱਲੋਂ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 25 ਨਵੇਂ ਸਪੀਡ ਕੈਮਰਾਜ਼ ਲਗਾਏ ਜਾਣਗੇ, ਜਿਸ ਤੋਂ ਬਾਅਦ ਟਿਕਟਾਂ ਜਾਰੀ ਕਰਨ ਦੀ ਸ਼ੁਰੂਆਤ ਵੀ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ 50 ਕੈਮਰੇ ਸ਼ਹਿਰ ਦੇ ਵਿੱਚ ਲਗਾਏ ਗਏ ਨੇ। ਤਾਜ਼ਾ ਕੈਮਰੇ ਲਗਾਏ ਜਾਣ ਤੋਂ ਬਾਅਦ ਕੁੱਲ ਕੈਮਰਿਆਂ ਦੀ ਗਿਣਤੀ 75 ਤੱਕ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਇੱਕ ਹੋਰ ਡਿਟੇਲ ਸਾਂਝੀ ਕਰਦਿਆਂ ਵੀ ਦੱਸਿਆ ਗਿਆ ਕਿ ਕਿਹੜੇ 25 ਕੈਮਰੇ ਕਿਹੜੀ ਥਾਂ ਦੇ ਉੱਪਰ ਲਗਾਏ ਜਾਣੇ ਹਨ। ਇਟੋਬੀਕੋ ਨਾਰਥ, ਇਟੋਬੀਕੋ ਸੈਂਟਰ, ਇਟੋਬੀਕੋ ਲੇਕ ਸ਼ੋਰ, ਪਾਰਕਡੇਲ ਹਾਈ ਪਾਰਕ, ਯਾਰਕ ਸਾਊਥ ਵੈਸਟਰਨ, ਯਾਰਕ ਸੈਂਟਰ, ਹੰਬਰ ਰਿਵਰ ਬਲੈਕ ਕ੍ਰੀਕ, ਐਲਿੰਗਟਨ ਲਾਰੈਂਸ, ਡੈਵਨਪੋਰਟ, ਸਪੈਡਨਾ ਫੋਰਟ ਯਾਰਕ, ਯੂਨੀਵਰਸਿਟੀ ਰੋਜ਼ਡੇਲ, ਟੋਰਾਂਟੋ ਸਟ੍ਰੀਟ ਪਾਲਸ, ਟੋਰਾਂਟੋ ਸੈਂਟਰ, ਟੋਰਾਂਟੋ ਡੈਨਫੋਰਥ, ਡੌਨ ਵੈਲੀ ਵੈਸਟ, ਡੌਨ ਵੈਲੀ ਈਸਟ, ਡੌਨ ਵੈਲੀ ਨਾਰਥ, ਵਿਲੋਡੇਲ, ਬੀਚਿਸ ਈਸਟ ਯਾਰਕ, ਸਕਾਰਬਰੋ ਸਾਊਥ ਵੈਸਟ, ਸਕਾਰਬਰੋ ਸੈਂਟਰ, ਸਕਾਰਬਰੋ ਐਗਨਕੋਟ, ਸਕਾਰਬਰੋ ਨਾਰਥ, ਸਕਾਰਬਰੋ ਗਿਲਵਰਡ, ਸਕਾਰਬਰੋ ਰੌਸ਼ ਪਾਰਕ, ਇਹਨਾਂ तमाम ਥਾਵਾਂ ਦੇ ਉੱਪਰ ਕੈਮਰੇ ਲਗਾਏ ਜਾਣ ਦੀ ਖਬਰ ਸਾਂਝੀ ਕੀਤੀ ਗਈ ਹੈ। ਨਸ਼ੇ ਖਿਲਾਫ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਨਸ਼ੇ ਦੇ ਮਾਮਲੇ ਵਿੱਚ 4 ਜਾਣਿਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 400 ਕਿਲੋ ਨਸ਼ਾ ਬਰਾਮਦ ਹੋਇਆ ਹੈ। ਨਸ਼ੇ ਖਿਲਾਫ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ 400 ਕਿਲੋ ਨਸ਼ਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨਸ਼ੇ ਦੇ ਇਸ ਮਾਮਲੇ ਦੇ ਵਿੱਚ 4 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਇਹਨਾਂ ਵੱਲੋਂ ਮੈਕਸੀਕੋ ਤੋਂ ਨਸ਼ਾ ਲਿਆਂਦਾ ਜਾ ਰਿਹਾ ਸੀ ਜੋ ਕਿ ਪੁਲਿਸ ਦੇ ਹੱਥ ਲੱਗ ਗਿਆ। ਪੁਲਿਸ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਗਿਆ ਜਿਸ ਤਹਿਤ ਉਹਨਾਂ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਹੁਣ ਤੱਕ ਦੀ ਨਵੰਬਰ ਮਹੀਨੇ ਤੋਂ ਬਾਅਦ ਦੀ ਇਹ ਵੱਡੀ ਨਸ਼ੇ ਦੀ ਬਰਾਮਦਗੀ ਮੰਨੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਉਹਨਾਂ ਵੱਲੋਂ ਅਕਤੂਬਰ ਮਹੀਨੇ ਦੌਰਾਨ ਕੀਤੀ ਗਈ, ਜਿੱਥੇ ਉਹਨਾਂ ਨੇ 390 ਕਿਲੋ ਦਾ ਨਸ਼ਾ ਬਰਾਮਦ ਕੀਤਾ, ਜਿਸ ਵਿੱਚ 364 ਕਿਲੋ ਕ੍ਰਿਸਟਲ ਮੈਥਮਫੈਟਾਮਾਈਨ, 20 ਕਿਲੋ ਕੋਕੇਨ, 3.8 ਕਿਲੋ ਫੈਂਟਾਨਿਲ ਅਤੇ ਹੋਰ ਵੀ ਕਈ ਚੀਜ਼ਾਂ ਸਨ। ਫਿਰ ਪੁਲਿਸ ਅਧਿਕਾਰੀਆਂ ਵੱਲੋਂ 17 ਜਨਵਰੀ ਦੌਰਾਨ 15 ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ ਜੋ ਕਿ ਇਸੇ ਜਾਂਚ ਦਾ ਹੀ ਹਿੱਸਾ ਸਨ। 7 ਘਰਾਂ ਦੇ ਉੱਪਰ ਛਾਪੇਮਾਰੀ ਕੀਤੇ ਜਾਣ ਦੀ ਵੀ ਖਬਰ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਨਵੰਬਰ 2022 ਦੌਰਾਨ ਵੀ 520 ਕਿਲੋ ਦਾ ਨਸ਼ਾ ਬਰਾਮਦ ਕੀਤਾ ਗਿਆ, ਜਿਸ ਵਿੱਚ ਕ੍ਰਿਸਟਲ ਮੈਥਮਫੈਟਾਮਾਈਨ, ਕੋਕੇਨ ਅਤੇ ਹੋਰ ਵੀ ਕਈ ਚੀਜ਼ਾਂ ਸ਼ਾਮਿਲ ਸਨ। ਉਸ ਵੇਲੇ ਵੀ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ। ਕਾਰਵਾਈ ਕਰਦਿਆਂ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਿਨ੍ਹਾਂ ਦੀ ਪਹਿਚਾਣ ਜਨਤਕ ਕੀਤੀ ਗਈ। ਇਹ ਗ੍ਰਿਫਤਾਰ ਕੀਤੇ ਵਿਅਕਤੀ ਟੋਰਾਂਟੋ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਤਾਜ਼ਾ ਮਾਮਲਾ ਜੋ ਸਾਹਮਣੇ ਆਇਆ ਉਸ ਸੰਬੰਧੀ ਪੁਲਿਸ ਵੱਲੋਂ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੀਆਰ ਦੇ ਸੱਦੇ ਹੋਈ ਜਾਰੀ ਤਾਜ਼ਾ ਡਰਾਅ ਦਾ ਹੋਇਆ ਐਲਾਨ। ਕੈਨੇਡਾ ਵਿੱਚ ਆਈ ਪਾਇਲਟਾਂ ਦੀ ਕਮੀ ਉਡਾਣਾ ਹੋ ਰਹੀਆਂ ਨੇ ਰੱਦ। 400 ਕਿਲੋ ਨਸ਼ਾ ਬਰਾਮਦ, 4 ਜਣੇ ਹੋਏ ਗ੍ਰਿਫਤਾਰ। ਟਰੂਡੋ ਦੇ ਉੱਠੇ ਸਵਾਲ, ਕੰਟਰੈਕਟ ਦੇਣਾ ਪਿਆ ਮਹਿੰਗਾ। ਤੇਜ਼ ਗੱਡੀ ਚਲਾਉਣ ਵਾਲੇ ਹੋ ਜਾਓ ਸਾਵਧਾਨ, ਹੁਣ ਲੱਗਣਗੇ ਨਵੇਂ ਕੈਮਰੇ ਮਿਲਣਗੀਆਂ ਟਿਕਟਾਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।